ਐਲਨ ਪੀਸ ਦੀ ਕਿਤਾਬ ਕੁਐਸਚਨਸ ਆਰ ਦੀ ਆਨਸਰਸ ਦਾ ਪੰਜਾਬੀ ਅਨੁਵਾਦ ਸਵਾਲ ਹੀ ਜਵਾਬ ਹਨ। ਇਸ ਕਿਤਾਬ ਵਿੱਚ ਕੁੱਲ 5 ਭਾਗ ਹਨ। ਪਹਿਲਾ ਭਾਗ ਸ਼ੁਰੂ ਕਰਨ ਤੋਂ ਪਹਿਲਾਂ ਲੇਖਕ ਦੁਆਰਾ ਲਿਖੀ ਹੋਈ ਪ੍ਰਸਤਾਵਨਾ ਸ਼ੁਰੂ ਕਰਾਂਗੇ। ਇਸ ਵਿੱਚ ਲੇਖਕ ਐਲਨ ਪੀਸ ਸਵਾਲ ਕਰਦੇ ਨੇ, ਮੈਂ ਇਹ ਕਿਤਾਬ ਕਿਉਂ ਲਿਖੀ? ਅਤੇ ਜਵਾਬ ਵਿੱਚ ਕਹਿੰਦੇ ਨੇ, ਜਦੋਂ ਮੈਂ ਪਹਿਲੀ ਵਾਰ 1980 ਵਿੱਚ ਨੈਟਵਰਕ ਮਾਰਕੀਟਿੰਗ ਨੂੰ ਜਾਣਿਆ ਤਾਂ ਮੈਂ ਹੈਰਾਨ ਸੀ ਕਿ ਇਸ ਵਿੱਚ ਸਫਲ ਹੋਣ ਦੀਆਂ ਕਿੰਨੀਆਂ ਸੰਭਾਵਨਾਵਾਂ ਅਤੇ ਮੌਕੇ ਸੀ ਜੋ ਸੌਖੇ ਸਨ, ਕਾਨੂੰਨੀ, ਨੈਤਿਕ, ਆਨੰਦਮਈ ਅਤੇ ਧੰਨਵਾਦੀ ਸਨ। ਇਹ ਕੋਈ ਫਟਾਫਟ ਅਮੀਰ ਬਣਨ ਦੀ ਯੋਜਨਾ ਨਹੀਂ ਸੀ, ਇਹ ਤਾਂ ਖੁਸ਼ਹਾਲ ਹੋਣ ਦੀ ਇੱਕ ਪ੍ਰਣਾਲੀ ਸੀ। ਇਸ ਤੋਂ 10 ਸਾਲ ਪਹਿਲਾਂ ਮੈਂ ਸੂਚਨਾ ਸਪਰਸੇਸ਼ਨ ਅਤੇ ਵੇਚਣ ਦੀਆਂ ਤਕਨੀਕਾਂ ਦੇ ਵਿਕਾਸ ਅਤੇ ਰਿਸਰਚ ਵਿੱਚ ਜੁਟਿਆ ਸਾਂ, ਜਿਸ ਨਾਲ ਕਿਸੇ ਵੀ ਕੰਪਨੀ ਦੀ ਆਮਦਨੀ ਵਿੱਚ ਕਈ ਸਿਫਰ ਜੋੜੀਆਂ ਜਾ ਸਕਦੀਆਂ ਸਨ ਅਤੇ ਲੋਕ ਲੱਖਪਤੀ ਬਣ ਸਕਦੇ ਸਨ। ਮੈਂ ਸੋਚਿਆ, ਵਾਹ, ਜੇ ਮੈਂ ਇਹਨਾਂ ਸਫਲ ਤਕਨੀਕਾਂ ਨੂੰ ਨੈਟਵਰਕ ਮਾਰਕੀਟਿੰਗ ਵਿੱਚ ਵਰਤ ਸਕਾਂ ਤਾਂ ਨਤੀਜੇ ਆਸ਼ਾਵਾਨ ਹੋਣਗੇ। ਇਹ ਕਿਤਾਬ ਉਹਨਾਂ ਤਕਨੀਕਾਂ ਨੂੰ ਨੈਟਵਰਕ ਮਾਰਕੀਟਿੰਗ ਵਿੱਚ ਅਪਣਾਉਣ, ਸੁਧਾਈ ਕਰਨ, ਪਰਖਣ ਅਤੇ ਵਰਤਣ ਦਾ ਸਿੱਟਾ ਹੈ। ਤੁਸੀਂ ਵੇਖੋਗੇ ਕਿ ਇਹਨਾਂ ਤਕਨੀਕਾਂ ਨੂੰ ਸਿੱਖਣਾ ਬਹੁਤ ਹੀ ਆਸਾਨ ਹੈ ਅਤੇ ਇਹ ਤਕਨੀਕਾਂ ਅਪਣਾ ਕੇ ਤੁਸੀਂ ਸਫਲਤਾ ਦੀ ਉਸ ਰਾਹ 'ਤੇ ਹੋਰ ਆਸਾਨੀ ਨਾਲ ਚੱਲ ਸਕਦੇ ਹੋ ਜਿਸ 'ਤੇ ਅੱਜ ਤੁਹਾਡੀ ਹੀ ਤਰ੍ਹਾਂ ਹਜ਼ਾਰਾਂ ਲੋਕ ਚੱਲ ਰਹੇ ਹਨ। ਅਤੇ ਇਸ ਦੇ ਬਾਰੇ ਖਾਸ ਗੱਲ ਇਹ ਹੈ ਕਿ ਤੁਸੀਂ ਅੱਜ ਤੱਕ ਜੋ ਕੁਝ ਵੀ ਸਿੱਖਿਆ ਹੈ ਉਸ ਵਿੱਚ ਬਦਲਾਅ ਕਰਨ ਦੀ ਲੋੜ ਨਹੀਂ ਹੈ। ਤਕਰੀਬਨ 2 ਘੰਟੇ ਦੇ ਪੜ੍ਹਨ ਅਤੇ ਲਗਨ ਨਾਲ ਅਭਿਆਸ ਕਰਨ ਤੋਂ ਬਾਅਦ ਤੁਸੀਂ ਆਪਣੇ ਕਾਰੋਬਾਰ ਨੂੰ ਇੰਨਾ ਵਿਸਥਾਰ ਦੇ ਸਕਦੇ ਹੋ ਕਿ ਤੁਸੀਂ ਆਪ ਹੀ ਹੈਰਾਨ ਹੋ ਜਾਵੋਗੇ। ਭਾਗ ਪਹਿਲਾ ਕਦਮ। 11 ਸਾਲ ਦੀ ਛੋਟੀ ਉਮਰ ਵਿੱਚ ਮੈਨੂੰ ਮੇਰਾ ਪਹਿਲਾ ਕੰਮ ਸੌਂਪਿਆ ਗਿਆ। ਮੇਰੇ ਸਕਾਊਟ ਟਰੁੱਪ ਵਾਸਤੇ ਇੱਕ ਹਾਲ ਬਣਨ ਵਾਲਾ ਸੀ। ਇਸ ਦੇ ਲਈ ਪੈਸੇ ਜੁਟਾਉਣ ਦੇ ਮੰਤਵ ਨਾਲ ਮੈਨੂੰ ਘਰੇਲੂ ਕੰਮਾਂ ਵਿੱਚ ਇਸਤੇਮਾਲ ਹੋਣ ਵਾਲੇ ਸਪੰਜ ਨੂੰ ਵੇਚਣ ਦਾ ਕੰਮ ਸੌਂਪਿਆ ਗਿਆ। ਸਕਾਊਟ ਮਾਸਟਰ ਇੱਕ ਬਿਰਧ ਅਤੇ ਸਿਆਣਾ ਵਿਅਕਤੀ ਸੀ ਅਤੇ ਉਹਨਾਂ ਨੇ ਮੈਨੂੰ ਇੱਕ ਰਹੱਸ ਦੱਸਿਆ ਜਿਸ ਨੂੰ ਮੈਂ ਨਤੀਜੇ ਦਾ ਨਿਯਮ ਕਹਿਣਾ ਚਾਹਾਂਗਾ। ਮੈਂ ਇਸੇ ਨਿਯਮ ਮੁਤਾਬਕ ਸਾਰਾ ਜੀਵਨ ਚੱਲਿਆ ਹਾਂ ਅਤੇ ਇਹ ਨਿਸ਼ਚਿਤ ਤੌਰ 'ਤੇ ਕਹਿ ਸਕਦਾ ਹਾਂ ਕਿ ਜੋ ਵੀ ਇਸ ਦਾ ਅਭਿਆਸ ਕਰੇਗਾ ਅਤੇ ਇਸ ਦੇ ਅਨੁਸਾਰ ਚੱਲੇਗਾ, ਅੰਤ ਵਿੱਚ ਉਹ ਜ਼ਰੂਰ ਸਫਲ ਹੋਵੇਗਾ। ਮੈਂ ਤੁਹਾਨੂੰ ਇਹ ਨਿਯਮ ਉਵੇਂ ਹੀ ਦੱਸਾਂਗਾ ਜਿਵੇਂ ਇਹ ਮੈਨੂੰ ਦੱਸਿਆ ਗਿਆ ਸੀ। ਸਫਲਤਾ ਇੱਕ ਖੇਡ ਹੈ। ਤੁਸੀਂ ਜਿੰਨੀ ਜ਼ਿਆਦਾ ਵਾਰ ਇਸ ਨੂੰ ਖੇਡੋਗੇ ਓਨੀ ਹੀ ਜ਼ਿਆਦਾ ਵਾਰ ਜਿੱਤੋਗੇ ਅਤੇ ਜਿੰਨਾ ਜ਼ਿਆਦਾ ਵਾਰੀ ਤੁਸੀਂ ਜਿੱਤੋਗੇ ਓਨੀ ਹੀ ਵਧੇਰੇ ਸਫਲਤਾ ਨਾਲ ਤੁਸੀਂ ਇਸ ਨੂੰ ਖੇਡ ਸਕੋਗੇ। ਇਸ ਨਿਯਮ ਨੂੰ ਨੈਟਵਰਕਿੰਗ ਵਿੱਚ ਅਪਣਾਓ। ਜੇ ਤੁਸੀਂ ਵਧੇਰੇ ਲੋਕਾਂ ਨੂੰ ਆਪਣੀ ਯੋਜਨਾ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੰਦੇ ਹੋ ਤਾਂ ਇਸ ਦਾ ਸਿੱਟਾ ਇਹ ਹੋਵੇਗਾ ਕਿ ਵਧੇਰੇ ਲੋਕ ਤੁਹਾਡੇ ਨਾਲ ਸ਼ਾਮਿਲ ਹੋਣਗੇ ਅਤੇ ਜਿੰਨੀ ਵਾਰੀ ਤੁਸੀਂ ਉਹਨਾਂ ਨੂੰ ਸੱਦਾ ਦੇਵੋਗੇ ਓਨੀ ਹੀ ਤੁਸੀਂ ਆਪਣੀ ਸੱਦਾ ਦੇਣ ਦੀ ਕਲਾ ਨੂੰ ਚੰਗਾ ਅਤੇ ਨਿਖਾਰਦੇ ਜਾਵੋਗੇ। ਦੂਜੇ ਸ਼ਬਦਾਂ ਵਿੱਚ ਤੁਹਾਨੂੰ ਬਹੁਤ ਸਾਰੇ ਲੋਕਾਂ ਨੂੰ ਆਪਣੇ ਨਾਲ ਸ਼ਾਮਿਲ ਹੋਣ ਦਾ ਸੱਦਾ ਦੇਣਾ ਹੈ। ਸਫਲਤਾ ਦੇ 5 ਸੁਨਹਿਰੀ ਨਿਯਮ। ਨਿਯਮ ਪਹਿਲਾ, ਵਧੇਰੇ ਲੋਕਾਂ ਨੂੰ ਮਿਲੋ। ਇਹ ਬਹੁਤ ਮਹੱਤਵਪੂਰਨ ਨਿਯਮ ਹੈ। ਕਿਸੇ ਵੀ ਵਿਅਕਤੀ ਨਾਲ ਗੱਲ ਕਰੋ ਜੋ ਤੁਹਾਡੀ ਗੱਲ ਸੁਣਨ ਲਈ ਕੁਝ ਸਮਾਂ ਕੱਢ ਸਕੇ। ਇਸ ਮਾਮਲੇ ਵਿੱਚ ਬਹਾਨੇਬਾਜ਼ ਨਾ ਬਣੋ, ਜਿਹੜਾ ਆਪਣੇ ਕੋਲੋਂ ਚੰਗੇ ਸੰਭਾਵਿਤ ਗ੍ਰਾਹਕਾਂ ਨੂੰ ਛਾਂਟ ਕੇ ਨਕਾਰਨ ਦੀ ਕੋਸ਼ਿਸ਼ ਕਰਦਾ ਹੋਵੇ। ਜੇਕਰ ਸੰਭਾਵਿਤ ਗ੍ਰਾਹਕਾਂ ਦੀ ਸੂਚੀ ਤਿਆਰ ਕਰਦੇ ਹੋਏ ਤੁਸੀਂ ਇਹ ਸੋਚਣ ਲੱਗੇ, ਇਹ ਵੱਡੀ ਉਮਰ ਦੇ ਹਨ, ਇਹ ਜ਼ਿਆਦਾ ਜਵਾਨ ਹੈ, ਇਹ ਜ਼ਿਆਦਾ ਅਮੀਰ ਹੈ, ਇਹ ਜ਼ਿਆਦਾ ਗਰੀਬ ਹੈ, ਇਹ ਜ਼ਿਆਦਾ ਦੂਰ ਰਹਿੰਦੇ ਹਨ, ਇਹ ਜ਼ਿਆਦਾ ਸਿਆਣਾ ਹੈ, ਵਗੈਰਾ ਵਗੈਰਾ, ਤਾਂ ਤੁਸੀਂ ਉਸ ਰਾਹ 'ਤੇ ਤੁਰ ਪਏ ਹੋ ਜਿਹੜਾ ਤੁਹਾਨੂੰ ਅਸਫਲਤਾ ਵੱਲ ਲੈ ਜਾਂਦਾ ਹੈ। ਆਪਣੇ ਕਾਰੋਬਾਰ ਨੂੰ ਜਮਾਉਣ ਦੀ ਸ਼ੁਰੂਆਤ ਵਿੱਚ ਤੁਹਾਨੂੰ ਹਰੇਕ ਨਾਲ ਗੱਲ ਕਰਨ ਦੀ ਲੋੜ ਹੈ ਕਿਉਂਕਿ ਤੁਹਾਨੂੰ ਅਭਿਆਸ ਦੀ ਲੋੜ ਹੈ। ਜਦੋਂ ਤੁਸੀਂ ਆਪਣੇ ਕਾਰੋਬਾਰ ਦੇ ਬਾਰੇ ਹਰ ਇੱਕ ਨਾਲ ਗੱਲ ਕਰਦੇ ਹੋ ਤਾਂ ਔਸਤ ਦਾ ਨਿਯਮ ਇਹ ਪੱਕਾ ਕਰਦਾ ਹੈ ਕਿ ਤੁਸੀਂ ਸਫਲ ਹੋਵੋਗੇ। ਸਵਾਲ ਸਿਰਫ ਇਹ ਹੀ ਰਹਿ ਜਾਂਦਾ ਹੈ ਕਿ ਤੁਸੀਂ ਕਿੰਨਾ ਸਫਲ ਹੋਵੋਗੇ।
ਤੁਹਾਡੇ ਵਪਾਰ ਵਿੱਚ ਕੋਈ ਅਜਿਹੀ ਸਮੱਸਿਆ ਨਹੀਂ ਹੈ ਜੋ ਤੁਹਾਡੀ ਗਤੀਵਿਧੀ ਜਾਂ ਕਾਰਗੁਜ਼ਾਰੀ ਵਿੱਚ ਵਾਧੇ ਨਾਲ ਨਾ ਸੁਲਝ ਸਕੇ। ਜੇਕਰ ਆਪ ਆਪਣੇ ਜੀਵਨ ਦੀ ਦਿਸ਼ਾ ਦੇ ਬਾਰੇ ਪਰੇਸ਼ਾਨ ਹੋ ਤਾਂ ਬਸ ਆਪਣੀ ਪੇਸ਼ਕਸ਼ ਦੀ ਗਿਣਤੀ ਨੂੰ 2 ਗੁਣਾ ਕਰ ਦੇਵੋ। ਜੇਕਰ ਤੁਹਾਡਾ ਵਪਾਰ ਓਨੀ ਤੇਜ਼ੀ ਨਾਲ ਨਹੀਂ ਵਧ ਰਿਹਾ ਜਿੰਨਾ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਕੁਝ ਨਾ ਕਰੋ, ਸਿਰਫ ਆਪਣੀ ਕਾਰਗੁਜ਼ਾਰੀ ਵਧਾ ਦਿਓ। ਵਧੀ ਹੋਈ ਕਾਰਗੁਜ਼ਾਰੀ ਤੁਹਾਡੀ ਵਧੇਰੀਆਂ ਪਰੇਸ਼ਾਨੀਆਂ ਦਾ ਅਚੂਕ ਇਲਾਜ ਹੈ। ਹਰ ਇੱਕ ਨਾਲ ਗੱਲ ਕਰੋ, ਇਹ ਪਹਿਲਾ ਨਿਯਮ ਹੈ। ਨਿਯਮ ਦੂਜਾ, ਵਧੇਰੇ ਲੋਕਾਂ ਨੂੰ ਮਿਲੋ। ਲੋਕਾਂ ਨੂੰ ਫੋਨ ਕਰਦੇ ਰਹੋ। ਹੋ ਸਕਦਾ ਹੈ ਕਿ ਤੁਸੀਂ ਸ਼ਹਿਰ ਦੇ ਸਭ ਤੋਂ ਵਧੀਆ ਪ੍ਰਸਤੁਤਕਰਤਾ ਹੋ, ਪਰ ਜੇਕਰ ਤੁਸੀਂ ਸੰਭਾਵਿਤ ਗ੍ਰਾਹਕਾਂ ਨਾਲ ਨਹੀਂ ਮਿਲਦੇ ਤਾਂ ਤੁਸੀਂ ਆਪਣੇ ਵਪਾਰ ਵਿੱਚ ਜ਼ਿਆਦਾ ਸਫਲ ਨਹੀਂ ਹੋ ਸਕਦੇ। ਹੋ ਸਕਦਾ ਹੈ ਕਿ ਤੁਹਾਡਾ ਪਹਿਰਾਵਾ ਸ਼ਾਨਦਾਰ ਹੋਵੇ ਜਾਂ ਤੁਹਾਡੀ ਦਿੱਖ ਸ਼ਲਾਘਾਯੋਗ ਹੋਵੇ, ਪਰ ਤੁਹਾਡੀ ਪੇਸ਼ਕਸ਼ ਦੀ ਗਿਣਤੀ ਜ਼ਿਆਦਾ ਨਹੀਂ ਹੈ ਤਾਂ ਤੁਹਾਡਾ ਪ੍ਰਦਰਸ਼ਨ ਆਮ ਹੀ ਰਹੇਗਾ। ਹਰ ਇੱਕ ਨਾਲ ਮਿਲੋ, ਹਰ ਇੱਕ ਨਾਲ ਗੱਲ ਕਰੋ। ਨਿਯਮ ਤੀਜਾ, ਵਧੇਰੇ ਲੋਕਾਂ ਨੂੰ ਮਿਲੋ। ਨੈਟਵਰਕ ਵਿੱਚ ਜ਼ਿਆਦਾਤਰ ਲੋਕ ਵਪਾਰ ਨੂੰ ਸਿਰਫ ਇੱਕੋ ਹੀ ਦਾਇਰੇ ਤੇ ਚਲਾਉਂਦੇ ਰਹਿੰਦੇ ਹਨ ਅਤੇ ਆਪਣੇ ਅੰਦਰ ਛਿਪੀ ਕਾਬਲੀਅਤ ਤੱਕ ਨਹੀਂ ਪਹੁੰਚ ਪਾਉਂਦੇ। ਉਹ ਸੋਚਦੇ ਹਨ ਕਿ ਅਜਿਹਾ ਉਹਨਾਂ ਸੰਭਾਵਿਤ ਗ੍ਰਾਹਕਾਂ ਦੇ ਕਾਰਨ ਹੁੰਦਾ ਹੈ ਜਿਨ੍ਹਾਂ ਨੂੰ ਉਹ ਤਿਆਰ ਨਹੀਂ ਕਰ ਪਾਉਂਦੇ, ਪਰ ਇਹ ਗੱਲ ਸੱਚ ਨਹੀਂ ਹੈ। ਅਜਿਹਾ ਉਹਨਾਂ ਸੰਭਾਵਿਤ ਗ੍ਰਾਹਕਾਂ ਦੇ ਕਾਰਨ ਹੁੰਦਾ ਹੈ ਜਿਨ੍ਹਾਂ ਨੂੰ ਤੁਸੀਂ ਮਿਲ ਨਹੀਂ ਪਾਉਂਦੇ। ਤੁਸੀਂ ਲੋਕਾਂ ਨਾਲ ਹਮੇਸ਼ਾ ਮਿਲਦੇ ਹੋਏ ਆਪਣੀ ਗੱਲ ਕਰਦੇ ਰਹੋ। ਜੇਕਰ ਤੁਸੀਂ ਆਪਣੇ ਪਹਿਲੇ 3 ਨਿਯਮਾਂ ਦੇ ਅਨੁਸਾਰ ਚੱਲੋਗੇ ਤਾਂ ਇਸ ਵਿੱਚ ਬਿਲਕੁਲ ਵੀ ਸ਼ੱਕ ਨਹੀਂ ਹੈ ਕਿ ਤੁਸੀਂ ਆਪਣੀਆਂ ਆਸਾਵਾਂ ਤੋਂ ਵੱਧ ਸਫਲਤਾ ਪ੍ਰਾਪਤ ਕਰ ਲਵੋਗੇ। ਨਿਯਮ ਚੌਥਾ, ਔਸਤ ਦੇ ਨਿਯਮ ਦਾ ਪ੍ਰਯੋਗ ਕਰੋ। ਔਸਤ ਦਾ ਨਿਯਮ ਜੀਵਨ ਦੇ ਹਰ ਖੇਤਰ ਵਿੱਚ ਸਫਲਤਾ ਨੂੰ ਦਰਸਾਉਂਦਾ ਹੈ। ਇਸ ਦਾ ਅਰਥ ਹੈ ਕਿ ਜੇਕਰ ਤੁਸੀਂ ਇੱਕ ਚੀਜ਼ ਨੂੰ ਇੱਕ ਹੀ ਤਰ੍ਹਾਂ ਬਾਰ-ਬਾਰ ਕਰਦੇ ਹੋ ਅਤੇ ਹਾਲਾਤ ਇੱਕ ਸਮਾਨ ਹੀ ਰਹਿੰਦੇ ਹਨ ਤਾਂ ਤੁਹਾਨੂੰ ਪ੍ਰਾਪਤ ਹੋਣ ਵਾਲੇ ਨਤੀਜੇ ਵੀ ਹਮੇਸ਼ਾ ਇੱਕੋ ਜਿਹੇ ਹੀ ਹੋਣਗੇ। ਉਦਾਹਰਨ ਵਜੋਂ $1 ਦੀ ਪੋਕਰ ਮਸ਼ੀਨ ਦਾ ਔਸਤ ਭੁਗਤਾਨ ਤਕਰੀਬਨ 10:1 ਦਾ ਹੁੰਦਾ ਹੈ। ਜੇਕਰ ਤੁਸੀਂ 10 ਵਾਰ ਬਟਨ ਦਬਾਉਂਦੇ ਹੋ ਤਾਂ ਤੁਸੀਂ ਕੁੱਲ ਮਿਲਾ ਕੇ 60 ਸੈਂਟ ਤੋਂ ਲੈ ਕੇ $20 ਦੇ ਵਿੱਚ ਦੀ ਰਕਮ ਜਿੱਤਦੇ ਹੋ। $20 ਦੀ ਜਿੱਤ ਦੇ ਤੁਹਾਡੇ ਮੌਕੇ 118:1 ਹਨ। ਇਸ ਵਿੱਚ ਕਿਸੇ ਮਹਾਰਤ ਜਾਂ ਕੁਸ਼ਲਤਾ ਦੀ ਲੋੜ ਨਹੀਂ ਹੈ। ਮਸ਼ੀਨਾਂ ਨੂੰ ਤਿਆਰ ਹੀ ਇਸੇ ਢੰਗ ਨਾਲ ਕੀਤਾ ਗਿਆ ਹੈ ਕਿ ਉਹ ਔਸਤ ਜਾਂ ਪ੍ਰਤੀਸ਼ਤ ਦੇ ਹਿਸਾਬ ਵਿੱਚ ਭੁਗਤਾਨ ਕਰਨ। ਬੀਮਾ ਦੇ ਕਾਰੋਬਾਰ ਵਿੱਚ ਮੈਂ 1:56 ਦੇ ਔਸਤ ਦੀ ਖੋਜ ਕੀਤੀ। ਇਸ ਦਾ ਅਰਥ ਸੀ ਕਿ ਜੇਕਰ ਮੈਂ ਸੜਕਾਂ ਤੇ ਜਾ ਕੇ ਇਹ ਨਕਾਰਾਤਮਕ ਸਵਾਲ ਪੁੱਛਾਂ, ਤੁਸੀਂ ਆਪਣੇ ਜੀਵਨ ਦਾ ਬੀਮਾ ਨਹੀਂ ਕਰਾਉਣਾ ਚਾਹੁੰਦੇ ਕਿ ਨਹੀਂ, ਤਾਂ 56 ਵਿੱਚੋਂ ਇੱਕ ਵਿਅਕਤੀ ਹਾਂ ਕਰੇਗਾ। ਇਸ ਦਾ ਅਰਥ ਇਹ ਸੀ ਕਿ ਜੇਕਰ ਮੈਂ ਇੱਕ ਦਿਨ ਵਿੱਚ 168 ਵਾਰੀ ਇਹੀ ਸਵਾਲ ਕਰਾਂ ਤਾਂ ਮੈਂ ਦਿਨ ਵਿੱਚ 3 ਵਾਰ ਸਫਲ ਹੋ ਸਕਦਾ ਹਾਂ ਅਤੇ ਵੇਚਣ ਵਾਲਿਆਂ ਦੀ ਚੋਟੀ ਦੇ 5% ਵਿਅਕਤੀਆਂ ਵਿੱਚ ਸਥਾਨ ਪਾ ਸਕਦਾ ਹਾਂ। ਜੇਕਰ ਮੈਂ ਕਿਸੇ ਸੜਕ ਦੇ ਕੋਨੇ ਤੇ ਖੜਾ ਹੋ ਕੇ ਹਰ ਜਾਣ ਵਾਲੇ ਨੂੰ ਇਹ ਕਹਾਂ, ਨੈਟਵਰਕਿੰਗ ਵਪਾਰ ਵਿੱਚ ਮੇਰੇ ਨਾਲ ਸ਼ਾਮਲ ਹੋਣਾ ਚਾਹੋਗੇ, ਤਾਂ ਔਸਤ ਦਾ ਨਿਯਮ ਨਿਸ਼ਚਿਤ ਰੂਪ ਵਿੱਚ ਤੁਹਾਨੂੰ ਨਤੀਜਾ ਦੇਵੇਗਾ। ਸ਼ਾਇਦ 1:100 ਦਾ ਜਵਾਬ ਹਾਂ ਹੋਵੇਗਾ। ਯਾਦ ਰੱਖੋ, ਔਸਤ ਦਾ ਨਿਯਮ ਹਮੇਸ਼ਾ ਕੰਮ ਕਰਦਾ ਹੈ। ਜਦੋਂ ਮੈਂ ਛੋਟਾ ਬੱਚਾ ਸੀ ਅਤੇ ਘਰ ਘਰ ਜਾ ਕੇ 20 ਸੈਂਟ ਵਿੱਚ ਘਰੇਲੂ ਸਪੰਜ ਵੇਚਦਾ ਸੀ ਤਾਂ ਮੇਰਾ ਔਸਤ ਸੀ 10:7:4:2। ਮੈਂ ਸ਼ਾਮੀ 4 ਵਜੇ ਤੋਂ 6 ਵਜੇ ਤੱਕ ਜਿਹੜੇ 10 ਦਰਵਾਜ਼ੇ ਖੜਕਾਉਂਦਾ, ਉਹਨਾਂ ਵਿੱਚੋਂ 7 ਦਰਵਾਜ਼ੇ ਖੁੱਲ੍ਹਦੇ ਸਨ। ਉਹਨਾਂ ਵਿੱਚੋਂ 4 ਲੋਕ ਮੇਰੀ ਪੇਸ਼ਕਸ਼ ਸੁਣਦੇ ਅਤੇ 2 ਲੋਕ ਹੀ ਸਪੰਜ ਖਰੀਦਦੇ ਸਨ। ਇਸ ਤਰ੍ਹਾਂ ਮੈਂ 40 ਸੈਂਟ ਬਣਾ ਲੈਂਦਾ ਸੀ, ਜੋ 1962 ਵਿੱਚ ਚੰਗੀ ਖਾਸੀ ਰਕਮ ਸੀ, ਖਾਸ ਕਰ ਇੱਕ 11 ਸਾਲ ਦੇ ਲੜਕੇ ਲਈ। ਮੈਂ 1 ਘੰਟੇ ਵਿੱਚ ਆਰਾਮ ਨਾਲ 30 ਦਰਵਾਜ਼ੇ ਖੜਕਾ ਸਕਦਾ ਸੀ ਅਤੇ ਇਸ ਤਰ੍ਹਾਂ 2 ਘੰਟਿਆਂ ਵਿੱਚ ਮੈਂ 12 ਸਪੰਜ ਵੇਚ ਲੈਂਦਾ ਸੀ, ਜਿਹੜੀ $2.40 ਦੇ ਬਰਾਬਰ ਰਕਮ ਸੀ। ਕਿਉਂਕਿ ਮੈਂ ਇਹ ਜਾਣ ਚੁੱਕਿਆ ਸੀ ਕਿ ਔਸਤ ਦਾ ਨਿਯਮ ਕਿਸ ਤਰ੍ਹਾਂ ਕੰਮ ਕਰਦਾ ਹੈ, ਇਸ ਲਈ ਮੈਨੂੰ ਉਹਨਾਂ 3 ਦਰਵਾਜ਼ਿਆਂ ਦੀ ਫਿਕਰ ਕਦੇ ਵੀ ਨਾ ਹੋਈ ਜਿਹੜੇ ਕਦੇ ਨਹੀਂ ਖੁੱਲ੍ਹੇ ਅਤੇ ਨਾ ਹੀ ਉਹਨਾਂ 3 ਲੋਕਾਂ ਬਾਰੇ ਫਿਕਰ ਹੋਈ ਜਿਨ੍ਹਾਂ ਮੇਰੀ ਗੱਲ ਕਦੇ ਨਹੀਂ ਸੀ ਸੁਣੀ।
ਅਤੇ ਨਾ ਹੀ ਉਹ 2 ਲੋਕਾਂ ਬਾਰੇ ਫਿਕਰ ਹੋਈ ਜਿਨ੍ਹਾਂ ਨੇ ਮੇਰਾ ਸਮਾਨ ਨਹੀਂ ਖਰੀਦਿਆ। ਮੈਂ ਤਾਂ ਬਸ ਇੰਨਾ ਜਾਣਦਾ ਸੀ ਕਿ ਜੇਕਰ ਮੈਂ 10 ਦਰਵਾਜ਼ੇ ਖੜਕਾਵਾਂਗਾ ਤਾਂ 40 ਸੈਂਟ ਕਮਾ ਲਵਾਂਗਾ। ਇਸ ਦਾ ਅਰਥ ਇਹ ਸੀ ਕਿ ਹਰ ਵਾਰ ਜਦੋਂ ਮੈਂ ਦਰਵਾਜ਼ੇ 'ਤੇ ਦਸਤਕ ਦੇਵਾਂਗਾ ਤਾਂ ਮੈਂ 4 ਸੈਂਟ ਕਮਾਵਾਂਗਾ, ਭਾਵੇਂ ਇਸ ਦੇ ਬਾਅਦ ਜੋ ਵੀ ਹੋਵੇ। ਔਸਤ ਦਾ ਇਹ ਨਿਯਮ ਮੇਰੇ ਲਈ ਇੱਕ ਪ੍ਰਭਾਵਸ਼ਾਲੀ ਪ੍ਰੇਰਨਾ ਦੀ ਇੱਕ ਸ਼ਕਤੀ ਸੀ। 10 ਦਰਵਾਜ਼ਿਆਂ 'ਤੇ ਦਸਤਕ ਦੇਵੋ ਅਤੇ 40 ਸੈਂਟ ਕਮਾਓ। ਸਫਲਤਾ ਕੇਵਲ ਇਸ ਗੱਲ ਵਿੱਚ ਸ਼ਾਮਿਲ ਸੀ ਕਿ ਮੈਂ ਕਿੰਨੀ ਛੇਤੀ ਇਹਨਾਂ ਦਰਵਾਜ਼ਿਆਂ 'ਤੇ ਦਸਤਕ ਦੇ ਸਕਦਾ ਹਾਂ। ਆਪਣੇ ਅਨੁਪਾਤ ਦਾ ਰਿਕਾਰਡ ਰੱਖੋ। ਔਸਤ ਦਾ ਰਿਕਾਰਡ ਰੱਖਣਾ ਅਤੇ ਆਪਣੀ ਵਿਕਰੀ ਦੀ ਗਤੀਵਿਧੀ ਦੇ ਅੰਕੜਿਆਂ ਦਾ ਰਿਕਾਰਡ ਰੱਖਣਾ ਇੱਕ ਸ਼ਕਤੀਦਾਇਕ ਪ੍ਰੇਰਨਾ ਦਾ ਸੋਮਾ ਸੀ। ਛੇਤੀ ਹੀ ਮੈਂ ਇਸ ਗੱਲ ਦੀ ਪਰਵਾਹ ਛੱਡ ਦਿੱਤੀ ਕਿ ਮੇਰੇ ਦਰਵਾਜ਼ੇ ਖੜਕਾਉਣ ਤੋਂ ਬਾਅਦ ਦਰਵਾਜ਼ਾ ਨਹੀਂ ਖੁੱਲ੍ਹਿਆ। ਕਿਸਨੇ ਮੈਨੂੰ ਦੇਖਣ ਤੋਂ ਬਾਅਦ ਮੇਰੀ ਪੇਸ਼ਕਸ਼ ਨਹੀਂ ਸੁਣੀ ਜਾਂ ਕਿਸਨੇ ਮੇਰੀ ਪੇਸ਼ਕਸ਼ ਸੁਣਨ ਤੋਂ ਬਾਅਦ ਮੇਰਾ ਸਮਾਨ ਨਹੀਂ ਖਰੀਦਿਆ। ਜਦੋਂ ਤੱਕ ਮੈਂ ਬਹੁਤ ਸਾਰੇ ਦਰਵਾਜ਼ੇ ਖੜਕਾਉਂਦਾ ਤੇ ਆਪਣੀ ਗੱਲ ਪੇਸ਼ ਕਰਨ ਦਾ ਉਪਰਾਲਾ ਕਰਦਾ, ਮੈਂ ਸਫਲ ਸੀ। ਇਸ ਤਰ੍ਹਾਂ ਮੈਂ ਤਸੱਲੀ ਪੂਰਵਕ ਰਹਿ ਸਕਦਾ ਸੀ ਅਤੇ ਦਰਵਾਜ਼ੇ 'ਤੇ ਦਸਤਕ ਦੇਣ ਵਿੱਚ ਮੈਨੂੰ ਆਨੰਦ ਵੀ ਆਉਣ ਲੱਗਾ। ਇਹ ਨਾ ਸਿਰਫ ਤੁਹਾਡੇ ਪ੍ਰੇਰਨਾ ਦਾ ਅਟੁੱਟ ਸੋਮਾ ਹੈ, ਬਲਕਿ ਨਕਾਰੇ ਜਾਣ ਨੂੰ ਸਹਿਜਤਾ ਨਾਲ ਲੈਣ ਦੀ ਕੁੰਜੀ ਵੀ ਹੈ। ਜਦੋਂ ਤੁਸੀਂ ਆਪਣਾ ਧਿਆਨ ਆਪਣੀ ਔਸਤ 'ਤੇ ਰੱਖਦੇ ਹੋ ਤਾਂ ਤੁਹਾਨੂੰ ਬਾਕੀ ਗੱਲਾਂ ਦੀ ਖਾਸ ਫਿਕਰ ਨਹੀਂ ਹੁੰਦੀ। ਤੁਸੀਂ ਜਿੰਨੀ ਛੇਤੀ ਸੰਭਵ ਹੋਵੇ ਆਪਣੀ ਅਗਲੀ ਮੁਲਾਕਾਤ ਕਰਨ ਦੇ ਲਈ ਪ੍ਰੇਰਿਤ ਹੁੰਦੇ ਹੋ। ਔਸਤ ਦੇ ਨਿਯਮ ਨੂੰ ਸਮਝੇ ਬਿਨਾਂ ਤੁਸੀਂ ਇਸ ਗੱਲ ਤੋਂ ਪ੍ਰੇਰਿਤ ਹੋਵੋਗੇ ਕਿ ਅੱਗੇ ਕੀ ਹੋਵੇਗਾ। ਜੇਕਰ ਕੋਈ ਨਾ ਕਹਿ ਦੇਵੇ ਤਾਂ ਤੁਸੀਂ ਨਿਰਾਸ਼ ਹੋ ਸਕਦੇ ਹੋ। ਜੇਕਰ ਕੋਈ ਦਰਵਾਜ਼ਾ ਨਾ ਖੋਲ੍ਹੇ ਤਾਂ ਤੁਸੀਂ ਉਦਾਸ ਹੋ ਸਕਦੇ ਹੋ। ਪਰ ਜੇਕਰ ਤੁਸੀਂ ਔਸਤ ਦੇ ਨਿਯਮ ਨੂੰ ਸਮਝ ਲੈਂਦੇ ਹੋ ਅਤੇ ਕਬੂਲ ਕਰਦੇ ਹੋ ਤਾਂ ਇਸ ਤਰ੍ਹਾਂ ਨਹੀਂ ਹੁੰਦਾ। ਤੁਸੀਂ ਆਪਣੀਆਂ ਮੁਲਾਕਾਤਾਂ, ਪੇਸ਼ਕਸ਼ਾਂ ਅਤੇ ਨਵੇਂ ਮੈਂਬਰਾਂ ਦੇ ਅੰਕੜਿਆਂ ਨੂੰ ਸਾਹਮਣੇ ਰੱਖਦੇ ਹੋਏ ਔਸਤ ਦੇ ਆਪਣੇ ਅੰਕੜੇ ਆਪ ਹੀ ਤਿਆਰ ਕਰ ਸਕਦੇ ਹੋ। ਮੇਰੀ ਨਿੱਜੀ #9 ਪੋਕਰ ਜ਼ਮੀਨ ਪੋਕਰ ਮਸ਼ੀਨ। ਜਦੋਂ ਮੈਂ ਕਿਸ਼ੋਰ ਅਵਸਥਾ ਵਿੱਚ ਸੀ, ਮੇਰੇ ਕੋਲ ਇੱਕ ਸ਼ਾਮ ਵੇਲੇ ਦਾ ਕੰਮ ਸੀ ਜਿੱਥੇ ਮੈਂ ਭਾਂਡੇ, ਚਾਦਰਾਂ ਅਤੇ ਕੰਬਲ ਵੇਚਦਾ ਸੀ। ਮੇਰਾ ਅਨੁਪਾਤ ਸੀ 5-3-2-1। ਹਰ 5 ਸੰਭਾਵਿਤ ਵਿਅਕਤੀਆਂ ਨੂੰ ਮੈਂ ਫੋਨ ਲਗਾਉਂਦਾ। ਉਹਨਾਂ ਵਿੱਚੋਂ 3 ਮੈਨੂੰ ਮਿਲਣ ਲਈ ਸਮਾਂ ਦਿੰਦੇ। ਇਹਨਾਂ ਵਿੱਚੋਂ ਕੇਵਲ 2 ਦੇ ਸਾਹਮਣੇ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਦਾ, ਕਿਉਂਕਿ ਤੀਜਾ ਵਿਅਕਤੀ ਜਾਂ ਤਾਂ ਮਿਲਣ ਤੋਂ ਇਨਕਾਰ ਕਰ ਦਿੰਦਾ ਜਾਂ ਸੁਣਦਾ ਹੀ ਨਹੀਂ ਸੀ, ਜਾਂ ਕੋਈ ਅਜਿਹਾ ਇਤਰਾਜ਼ ਕਰ ਦਿੰਦਾ ਜੋ ਮੇਰੇ ਵੱਸ ਤੋਂ ਪਰੇ ਸੀ। ਇਸ ਤਰ੍ਹਾਂ ਕੇਵਲ 2 ਹੀ ਲੋਕ ਮੇਰੀ ਪੂਰੀ ਪੇਸ਼ਕਸ਼ ਸੁਣਦੇ ਸਨ ਅਤੇ ਉਹਨਾਂ 2 ਵਿੱਚੋਂ ਵੀ ਇੱਕ ਹੀ ਮੇਰਾ ਸਮਾਨ ਖਰੀਦਦਾ ਸੀ ਤੇ ਇਸ ਤਰ੍ਹਾਂ ਮੈਂ $45 ਬਣਾ ਲੈਂਦਾ ਸੀ। ਇਸ ਤਰ੍ਹਾਂ ਮੈਂ ਜਿਨ੍ਹਾਂ 5 ਲੋਕਾਂ ਨੂੰ ਫੋਨ ਕਰਦਾ ਸੀ ਉਹਨਾਂ ਤੋਂ ਮੈਨੂੰ ਅਖੀਰ $45 ਦਾ ਕਮਿਸ਼ਨ ਮਿਲ ਜਾਂਦਾ ਸੀ, ਜੋ ਕਿ ਇੱਕ ਤਰ੍ਹਾਂ ਨਾਲ $9 ਪ੍ਰਤੀ ਫੋਨ ਸੀ। ਇਸ ਦਾ ਭਾਵ ਇਹ ਸੀ ਕਿ ਫੋਨ ਤੇ ਹੋਈ ਹਰ ਹਾਂ ਦਾ ਅਰਥ $15 ਸੀ, ਚਾਹੇ ਉਹ ਮੇਰਾ ਸਮਾਨ ਖਰੀਦੇ ਜਾਂ ਕਿ ਨਾ ਖਰੀਦੇ, ਚਾਹੇ ਉਹ ਮੈਨੂੰ ਮਿਲਣ ਜਾਂ ਨਾ ਮਿਲਣ। ਇਸ ਗੱਲ ਦਾ ਕੋਈ ਫਰਕ ਨਹੀਂ ਸੀ ਪੈਂਦਾ ਕਿ ਉਹ ਮੇਰੇ ਤੋਂ ਕੀ ਚਾਹੁੰਦੇ ਹਨ। ਵਾਹ, ਇਹ ਉਮੀਦ ਤੋਂ ਵੱਧ ਸੀ। ਮੈਂ ਇੱਕ ਵੱਡੀ ਜਿਹੀ ਤਖਤੀ ਬਣਾਈ ਜਿਸ ਤੇ $9 ਲਿਖ ਕੇ ਮੈਂ ਉਸਨੂੰ ਆਪਣੇ ਟੈਲੀਫੋਨ ਦੇ ਕੋਲ ਰੱਖ ਲਿਆ। ਹਰ ਉਹ ਬੰਦੇ ਤੋਂ ਜੋ ਮੇਰੇ ਫੋਨ ਦਾ ਜਵਾਬ ਦਿੰਦਾ ਸੀ ਉਸ ਤੋਂ ਮੈਨੂੰ $9 ਪ੍ਰਾਪਤ ਹੁੰਦੇ ਸਨ, ਪਰ ਉਹ ਬੰਦਾ ਜੋ ਮੇਰੀ ਮਿਲਣ ਦੀ ਬੇਨਤੀ ਦਾ ਜਵਾਬ ਹਾਂ ਵਿੱਚ ਦਿੰਦਾ ਸੀ ਉਸ ਤੋਂ ਮੈਨੂੰ $15 ਮਿਲਦੇ ਸਨ। ਇਸ ਦਾ ਅਰਥ ਇਹ ਸੀ ਕਿ ਮੈਂ ਪੂਰੀ ਤਰ੍ਹਾਂ ਆਪਣੀ ਕਿਸਮਤ ਦਾ ਆਪ ਨਿਰਮਾਤਾ ਸੀ। ਇਸ ਤਰ੍ਹਾਂ ਦੇ ਬਹੁਤ ਵੇਚਣ ਵਾਲੇ ਸਨ ਜਿਨ੍ਹਾਂ ਨੂੰ ਜੇਕਰ ਸੰਭਾਵਿਤ ਗ੍ਰਾਹਕ ਨਾ ਕਹਿ ਦਿੰਦੇ ਤਾਂ ਉਹ ਨਿਰਾਸ਼ ਹੋ ਜਾਂਦੇ ਸਨ, ਪਰ ਮੈਂ ਉਹਨਾਂ ਵਿੱਚੋਂ ਨਹੀਂ ਸੀ। ਛੇਤੀ ਹੀ ਮੈਂ ਆਪਣੀ ਕੰਪਨੀ ਦਾ ਸਾਰੇ ਦੇਸ਼ ਵਿੱਚ ਨੰਬਰ 1 ਦਾ ਸੇਲਜ਼ਮੈਨ ਬਣ ਗਿਆ। 5-3-2-1 ਦੇ ਮੇਰੇ ਔਸਤ ਦਾ ਡਾਲਰਾਂ ਵਿੱਚ ਅਨੁਵਾਦ। ਫੋਨ ਕਾਲ $9, ਅਪੁਆਇੰਟਮੈਂਟ $15, ਪੇਸ਼ਕਸ਼ $22.5, ਵਿਕਰੀ $45। ਮੈਂ ਉਹਨਾਂ ਲੋਕਾਂ ਦੀ ਖੋਜ ਕਦੇ ਨਹੀਂ ਕੀਤੀ ਜਿਹੜੇ ਮੇਰੇ ਤੋਂ ਸਮਾਨ ਖਰੀਦਣ। ਮੇਰਾ ਮੁੱਖ ਟੀਚਾ ਤਾਂ ਸੰਭਾਵਿਤ ਗ੍ਰਾਹਕਾਂ ਨੂੰ ਫੋਨ ਕਰਦੇ ਰਹਿਣਾ ਸੀ। ਇਹੀ ਸਫਲਤਾ ਦੀ ਕੁੰਜੀ ਹੈ। ਨਵੇਂ ਵਿਰਤਕਾਂ ਦੀ ਖੋਜ ਕਦੇ ਨਾ ਕਰੋ,
ਉਹਨਾਂ ਸੰਭਾਵਿਤ ਗ੍ਰਾਹਕਾਂ ਨੂੰ ਲੱਭੋ ਜੋ ਤੁਹਾਡੀ ਪੇਸ਼ਕਸ਼ ਨੂੰ ਸੁਣਨਾ ਚਾਹੁਣ। ਔਸਤ ਦਾ ਨਿਯਮ ਤੁਹਾਡੇ ਲਈ ਬਾਕੀ ਦਾ ਕੰਮ ਆਪ ਕਰੇਗਾ। ਵੱਡੀ ਸਫਲਤਾ ਕਿਸ ਤਰ੍ਹਾਂ ਹਾਸਲ ਕਰੀਏ? 20 ਸਾਲ ਦੀ ਉਮਰ ਵਿੱਚ ਮੈਂ ਇੱਕ ਵਿਕਰੀਕਰਤਾ ਦੇ ਰੂਪ ਵਿੱਚ ਬੀਮਾ ਕੰਪਨੀ ਦੇ ਕਾਰੋਬਾਰ ਵਿੱਚ ਆਇਆ। 21 ਸਾਲ ਦੀ ਉਮਰ ਵਿੱਚ ਮੈਂ ਸਭ ਤੋਂ ਘੱਟ ਉਮਰ ਦਾ ਵਿਅਕਤੀ ਸੀ ਜਿਸ ਨੇ ਆਪਣੇ ਪਹਿਲੇ ਸਾਲ ਵਿੱਚ $10 ਲੱਖ ਤੋਂ ਵੱਧ ਦਾ ਬੀਮਾ ਵੇਚਿਆ ਸੀ ਅਤੇ ਜਿਹੜਾ $1 ਮਿਲੀਅਨ ਰਾਊਂਡ ਟੇਬਲ ਦੇ ਯੋਗ ਬਣ ਗਿਆ ਸੀ। ਮੇਰਾ ਔਸਤ ਸੀ 10, 5, 4, 3, 1। ਹਰ ਸੰਭਾਵਿਤ ਵਿਅਕਤੀ ਵਿੱਚੋਂ ਜੋ ਮੇਰੇ ਫੋਨ ਦਾ ਜਵਾਬ ਦਿੰਦੇ 5 ਮਿਲਣ ਨੂੰ ਤਿਆਰ ਹੋ ਜਾਂਦੇ, ਉਹਨਾਂ ਵਿੱਚੋਂ 1 ਮਿਲਣਾ ਰੱਦ ਕਰ ਦਿੰਦਾ ਅਤੇ ਮੈਂ ਕੇਵਲ 4 ਨੂੰ ਹੀ ਮਿਲ ਪਾਉਂਦਾ ਸੀ। ਇਹਨਾਂ 4 ਵਿੱਚੋਂ ਕੇਵਲ 3 ਲੋਕ ਹੀ ਪੂਰੀ ਤਰ੍ਹਾਂ ਨਾਲ ਮੇਰੀ ਪੇਸ਼ਕਸ਼ ਸੁਣਦੇ ਸਨ ਅਤੇ ਇਹਨਾਂ ਵਿੱਚੋਂ ਵੀ ਕੇਵਲ 1 ਹੀ ਖਰੀਦਦਾ ਸੀ ਅਤੇ ਇਸ ਤਰ੍ਹਾਂ ਮੈਂ $300 ਕਮਾ ਲੈਂਦਾ ਸੀ। ਮੇਰਾ ਪੂਰਾ ਧਿਆਨ ਇਸ ਗੱਲ ਤੇ ਰਹਿੰਦਾ ਸੀ ਕਿ 5 ਲੋਕਾਂ ਤੋਂ ਮਿਲਣ ਲਈ ਹਾਂ ਕਹਾ ਲਵਾਂ। ਮੇਰਾ ਧਿਆਨ ਉਹਨਾਂ ਸੰਭਾਵਿਤ ਗ੍ਰਾਹਕਾਂ ਤੇ ਕੇਂਦਰਿਤ ਨਹੀਂ ਸੀ ਜੋ ਮਿਲਣ ਦੇ ਲਈ ਆਏ ਹੀ ਨਹੀਂ ਜਾਂ ਜਿਨ੍ਹਾਂ ਨੇ ਮੇਰੀ ਪੇਸ਼ਕਸ਼ ਸੁਣੀ ਹੀ ਨਹੀਂ, ਜਾਂ ਉਹ 2 ਲੋਕ ਜਿਨ੍ਹਾਂ ਨੇ ਮੇਰੇ ਤੋਂ ਕੁਝ ਖਰੀਦਿਆ ਹੀ ਨਹੀਂ। ਇਹ ਘਟਨਾਵਾਂ ਤਾਂ ਖਰੀਦਦਾਰ ਨੂੰ ਲੱਭਣ ਦਾ ਕੇਵਲ ਇੱਕ ਜ਼ਰੂਰੀ ਹਿੱਸਾ ਸੀ। ਅਸਲ ਵਿੱਚ ਜੇਕਰ ਕੋਈ ਸੰਭਾਵਿਤ ਗ੍ਰਾਹਕ ਇੰਟਰਵਿਊ ਲਈ ਨਹੀਂ ਆਉਂਦਾ ਸੀ ਤਾਂ ਮੈਨੂੰ ਖਾਸ ਬੁਰਾ ਨਹੀਂ ਸੀ ਲੱਗਦਾ, ਕਿਉਂਕਿ ਮੇਰੀ ਯੋਜਨਾ ਅਨੁਸਾਰ ਮੈਂ ਪਹਿਲਾਂ ਹੀ ਇਹ ਮੰਨ ਚੁੱਕਿਆ ਸੀ ਕਿ ਇੱਕ ਵਿਅਕਤੀ ਇੰਟਰਵਿਊ ਲਈ ਨਹੀਂ ਆਵੇਗਾ। ਜਦ ਵੀ ਇਸ ਤਰ੍ਹਾਂ ਹੁੰਦਾ ਤਾਂ ਵੀ ਮੈਂ ਪ੍ਰਤੀ ਵਿਅਕਤੀ $60 ਕਮਾ ਹੀ ਲੈਂਦਾ ਸੀ। ਮੈਂ ਜਾਣਦਾ ਸੀ ਕਿ ਜੇਕਰ 10 ਲੋਕ ਫੋਨ ਦਾ ਜਵਾਬ ਦਿੰਦੇ ਹਨ ਤਾਂ 5 ਮੇਰੇ ਨਾਲ ਮਿਲਣ ਲਈ ਤਿਆਰ ਹੋ ਜਾਣਗੇ ਅਤੇ ਆਖਰ ਮੈਨੂੰ $300 ਦਾ ਕਮਿਸ਼ਨ ਮਿਲੇਗਾ। ਇਸ ਤਰ੍ਹਾਂ ਹਰ ਸੰਭਾਵਿਤ ਗ੍ਰਾਹਕ ਦੇ ਲਈ ਜੋ ਮੇਰੇ ਫੋਨ ਦਾ ਜਵਾਬ ਦਿੰਦਾ ਸੀ ਮੈਨੂੰ $30 ਮਿਲਦੇ ਸਨ। 10, 5, 4, 3, 1 ਦੇ ਮੇਰੇ ਔਸਤ ਦਾ ਆਰਥਿਕ ਅਨੁਵਾਦ: ਫੋਨ ਕਾਲ $30, ਅਪਾਇੰਟਮੈਂਟ $60, ਪੇਸ਼ਕਸ਼ $75, ਪੂਰੀ ਪੇਸ਼ਕਸ਼ $100, ਵਿਕਰੀ $300। 21 ਸਾਲ ਦੀ ਉਮਰ ਵਿੱਚ ਮੇਰੇ ਕੋਲ ਆਪਣਾ ਘਰ, ਨਵੇਂ ਮਾਡਲ ਦੀ ਮਰਸੀਡੀਜ਼ ਬੈਂਜ਼ ਕਾਰ ਸੀ ਅਤੇ ਮੈਂ ਬੜੀ ਸ਼ਾਨ ਨਾਲ ਰਹਿੰਦਾ ਸੀ। ਸਵਾਲ ਕੇਵਲ ਇੰਨਾ ਸੀ ਕਿ ਮੈਂ ਫੋਨ ਤੇ ਕਿਸ ਤਰ੍ਹਾਂ 5 ਲੋਕਾਂ ਤੋਂ ਅਪਾਇੰਟਮੈਂਟ ਲਈ ਹਾਂ ਕਰਵਾਉਂਦਾ ਹਾਂ। ਨਿਯਮ 5, ਆਪਣਾ ਔਸਤ ਸੁਧਾਰੋ। ਬੀਮਾ ਕਾਰੋਬਾਰ ਵਿੱਚ ਮੈਂ ਜਾਣਦਾ ਸੀ ਕਿ ਹਰ ਵਾਰ ਜਦ ਮੈਂ ਫੋਨ ਘੁਮਾਉਂਦਾ ਅਤੇ ਕਿਸੇ ਨਾਲ ਗੱਲ ਕਰਦਾ ਮੈਨੂੰ $30 ਮਿਲਣਗੇ। ਫਿਰ ਵੀ 10 ਟੈਲੀਫੋਨ ਕਾਲ ਦੇ ਬਦਲੇ 5 ਅਪਾਇੰਟਮੈਂਟ ਦਾ ਮੇਰਾ ਅਨੁਪਾਤ ਮੇਰੀ ਰਾਏ ਵਿੱਚ ਤਸੱਲੀ ਬਖਸ਼ ਨਹੀਂ ਸੀ, ਕਿਉਂਕਿ ਇਸ ਦਾ ਮਤਲਬ ਸੀ ਕਿ ਮੈਂ ਬਹੁਤ ਸਾਰੇ ਸੰਭਾਵਿਤ ਗ੍ਰਾਹਕਾਂ ਨੂੰ ਗਵਾ ਰਿਹਾ ਹਾਂ। ਮੈਨੂੰ ਲੋੜ ਸੀ ਅਪਾਇੰਟਮੈਂਟ ਪ੍ਰਾਪਤ ਕਰਨ ਦੀ ਇੱਕ ਅਜਿਹੀ ਪ੍ਰਣਾਲੀ ਦੀ ਜੋ ਹਰ 10 ਕਾਲ ਵਿੱਚੋਂ ਘੱਟ ਤੋਂ ਘੱਟ 8 ਅਪਾਇੰਟਮੈਂਟ ਦਿਵਾ ਸਕੇ। ਇਸ ਦਾ ਅਰਥ ਸੀ ਕਿ ਮੈਨੂੰ ਸੰਭਾਵਿਤ ਗ੍ਰਾਹਕਾਂ ਦੀ ਤਲਾਸ਼ ਵਿੱਚ ਓਨੀ ਸਖਤ ਮਿਹਨਤ ਨਹੀਂ ਕਰਨੀ ਪਵੇਗੀ ਜਿੰਨੀ ਮੈਂ ਉਹਨਾਂ ਨੂੰ ਫੋਨ ਤੇ ਇੰਨੀ ਛੇਤੀ ਨਹੀਂ ਗਵਾ ਦਿੱਤਾ ਹੈ। ਮੁਲਾਕਾਤ ਤੋਂ ਪੇਸ਼ਕਸ਼ ਦੇ ਮੇਰੇ 5:4 ਦੇ ਅਨੁਪਾਤ ਦਾ ਅਰਥ ਸੀ ਕਿ ਮੇਰੇ ਸੰਭਾਵਿਤ ਖਰੀਦਦਾਰਾਂ ਵਿੱਚੋਂ ਵੀ 20% ਮੈਨੂੰ ਨਹੀਂ ਮਿਲ ਰਹੇ ਹਨ ਅਤੇ ਮੈਂ ਉਸ ਦੀ ਕਮੀ ਨੂੰ ਦੂਰ ਕਰ ਸਕਦਾ ਸੀ ਜੇਕਰ ਮੈਂ ਯੋਗ ਸੰਭਾਵਿਤ ਗ੍ਰਾਹਕਾਂ ਨੂੰ ਫੋਨ ਕਰਾਂ। ਇਸੇ ਤਰ੍ਹਾਂ ਪੇਸ਼ਕਸ਼ ਤੋਂ ਪੂਰਨ ਪੇਸ਼ਕਸ਼ ਦੇ ਮੇਰੇ ਔਸਤ 3:1 ਵਿੱਚ ਵੀ ਸੁਧਾਰ ਦੀ ਗੁੰਜਾਇਸ਼ ਸੀ। ਪਰੰਤੂ ਮੈਂ ਫਿਰ ਵੀ ਜਾਣਦਾ ਸੀ ਕਿ ਜੇਕਰ ਮੈਂ ਕੁਝ ਵੀ ਨਾ ਬਦਲਿਆ ਤਾਂ ਵੀ ਮੈਂ ਹਰ ਵਾਰ ਫੋਨ ਘੁਮਾਉਣ ਤੇ $30 ਕਮਾ ਹੀ ਲਵਾਂਗਾ। ਅਨੁਪਾਤ ਦਾ ਧਿਆਨ ਰੱਖਣ ਲਈ ਤੁਸੀਂ ਪੂਰੇ ਹੋਸ਼ੋ ਹਵਾਸ ਵਿੱਚ ਰਹਿੰਦੇ ਹੋ, ਕਿਉਂਕਿ ਅਨੁਪਾਤ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਵਿੱਚ ਸੁਧਾਰ ਦੀ ਗੁੰਜਾਇਸ਼ ਕਿੱਥੇ ਹੈ, ਤੁਸੀਂ ਕਿੰਨੇ ਸਫਲ ਹੋ ਸਕਦੇ ਹੋ। ਅਨੁਪਾਤ ਤੁਹਾਨੂੰ ਉਹਨਾਂ ਕੰਮਾਂ ਤੇ ਧਿਆਨ ਦੇਣ ਲਈ ਪ੍ਰੇਰਿਤ ਕਰਦਾ ਹੈ ਜਿਨ੍ਹਾਂ ਤੋਂ ਨਤੀਜੇ ਮਿਲਦੇ ਹਨ, ਨਾ ਕਿ ਇਸ ਗੱਲ ਨੂੰ ਕਿ ਅੱਗੇ ਕੀ ਹੋਵੇਗਾ। ਨੈਟਵਰਕਿੰਗ ਕਾਰੋਬਾਰ ਵਿੱਚ ਔਸਤ। ਮੈਂ ਨੈਟਵਰਕਿੰਗ ਮਾਰਕੀਟਿੰਗਸ ਨੂੰ 70-20 ਤੋਂ ਸਿੱਖਿਆ ਦੇ ਰਿਹਾ ਹਾਂ ਅਤੇ ਮੈਂ ਉਹਨਾਂ ਵਿਅਕਤੀਆਂ ਅਤੇ ਸੰਗਠਨਾਂ ਦੇ ਨਤੀਜੇ ਇਕੱਤਰ ਕੀਤੇ ਹਨ ਜੋ ਸਫਲਤਾ ਦੇ ਸਿਖਰ ਤੇ ਹਨ। ਨੈਟਵਰਕ ਮਾਰਕੀਟਿੰਗ ਦਾ ਆਮ ਔਸਤ ਹੈ 10, 6, 3, 1। ਜੇਕਰ 10 ਸੰਭਾਵਿਤ ਗ੍ਰਾਹਕ ਆਪਣੀ ਪੇਸ਼ਕਸ਼ ਨੂੰ ਸੁਣਦੇ
ਹਨ ਤਾਂ ਉਹਨਾਂ ਵਿੱਚੋਂ 6 ਇਸ ਨੂੰ ਲੈ ਕੇ ਰੋਮਾਂਚਿਤ ਹੋ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਉਹ ਇਸ ਕਾਰੋਬਾਰ ਨੂੰ ਆਰੰਭ ਕਰਨਾ ਚਾਹੁੰਦੇ ਹਨ। ਇਹਨਾਂ ਵਿੱਚੋਂ ਵੀ ਅੱਧੇ ਹੀ ਅਸਲ ਵਿੱਚ ਕਾਰੋਬਾਰ ਸ਼ੁਰੂ ਕਰਦੇ ਹਨ ਤੇ ਇਹਨਾਂ ਤਿੰਨਾਂ ਵਿੱਚੋਂ ਵੀ ਕੇਵਲ ਇੱਕ ਸਫਲ ਹੋ ਪਾਉਂਦਾ ਹੈ, ਦੂਜਾ ਗੁੰਮਨਾਮੀ ਵਿੱਚ ਖੋ ਜਾਂਦਾ ਹੈ ਅਤੇ ਤੀਜਾ ਕੇਵਲ ਕੰਪਨੀ ਦੇ ਉਤਪਾਦ ਖਰੀਦਦਾ ਰਹਿੰਦਾ ਹੈ। ਤਾਂ ਹਰ 10 ਲੋਕਾਂ ਵਿੱਚੋਂ ਵੀ ਕੇਵਲ ਇੱਕ ਉਤਪਾਦਕ ਲੰਮੇ ਸਮੇਂ ਲਈ ਵਿਰਤਕ ਬਣ ਪਾਉਂਦਾ ਹੈ। ਹੁਣ ਵੱਡੇ ਸਵਾਲ ਤੇ। ਇਸ ਸਵਾਲ ਦਾ ਉੱਤਰ ਤੁਹਾਡੀ ਵਿਕਾਸ ਦਰ ਨੂੰ ਨਿਰਧਾਰਿਤ ਕਰੇਗਾ। ਜੀਵਨ ਬੀਮੇ ਦੇ ਕਾਰੋਬਾਰ ਵਿੱਚ ਹਰ ਇੱਕ ਨੂੰ 10 ਲੱਖ ਦਾ ਬੀਮਾ ਵੇਚਿਆ ਹੈ। ਅੰਤਰ ਕੇਵਲ ਇੰਨਾ ਹੈ ਕਿ ਕੁਝ ਲੋਕਾਂ ਨੇ ਇਸ ਤਰ੍ਹਾਂ ਕਰਨ ਵਿੱਚ ਹੋਰਾਂ ਤੋਂ ਜ਼ਿਆਦਾ ਸਮਾਂ ਲੱਗਿਆ ਹੈ। ਕੁਝ ਨੇ 3 ਤੋਂ 5 ਸਾਲ ਵਿੱਚ ਇਸ ਤਰ੍ਹਾਂ ਕੀਤਾ ਤੇ ਕੁਝ ਨੇ 1 ਸਾਲ ਦੇ ਅੰਦਰ ਅੰਦਰ, ਅਤੇ ਇੱਥੇ ਹੀ ਪੁਰਸਕਾਰ ਅਤੇ ਇਨਾਮ ਦਾ ਰਹੱਸ ਛਿਪਿਆ ਹੈ। ਮੈਂ ਲੋਕਾਂ ਨੂੰ ਮਿਲਣ ਲਈ ਇੰਨਾ ਯੋਜਨਾਬੱਧ ਸੀ ਕਿ ਮੈਂ ਹਰ 12 ਸਪਤਾਹਾਂ ਵਿੱਚ 10 ਲੱਖ ਦਾ ਬੀਮਾ ਵੇਚ ਲੈਂਦਾ, ਤੇ ਇਹ ਇੱਕ ਯੋਜਨਾ ਦੀ ਸਮੱਸਿਆ ਸੀ, ਵੇਚਣ ਦੀ ਸਮੱਸਿਆ ਨਹੀਂ। ਨੈਟਵਰਕ ਮਾਰਕੀਟਿੰਗ ਵੀ ਕੁਝ ਉਸ ਤਰ੍ਹਾਂ ਦੀ ਹੀ ਹੈ। ਜ਼ਿਆਦਾਤਰ ਨੈਟਵਰਕ ਮਾਰਕੀਟਰਸ ਸਫਲਤਾ ਦੀ ਉਚਾਈ ਤੇ ਨਹੀਂ ਪੁੱਜ ਪਾਉਂਦੇ ਤਾਂ ਇਹ ਉਹਨਾਂ ਸੰਭਾਵਿਤ ਗ੍ਰਾਹਕਾਂ ਦੇ ਕਾਰਨ ਹੁੰਦਾ ਹੈ ਜਿਨ੍ਹਾਂ ਉਹ ਮਿਲ ਨਹੀਂ ਪਾਉਂਦੇ। ਜੇਕਰ ਤੁਸੀਂ ਤੁਰੰਤ ਹੀ ਆਪਣੇ ਨਤੀਜਿਆਂ ਨੂੰ ਦੁੱਗਣਾ ਕਰਨਾ ਚਾਹੁੰਦੇ ਹੋ ਤਾਂ ਉਸ ਦਾ ਸਿੱਧਾ ਜਵਾਬ ਹੈ ਅਗਲੇ ਸਾਲ ਤੁਸੀਂ ਆਪਣੇ ਕਾਰੋਬਾਰ ਦੇ ਬਾਰੇ ਦੱਸਣ ਲਈ ਨਵੇਂ ਸੰਭਾਵਿਤ ਗ੍ਰਾਹਕਾਂ ਨਾਲ ਮਿਲੋਗੇ, ਹੈ ਨਾ? ਤਾਂ ਫਿਰ ਉਹਨਾਂ ਨਾਲ ਥੋੜ੍ਹਾ ਛੇਤੀ ਮਿਲ ਲਵੋ, ਉਹਨਾਂ ਨਾਲ ਇਸੇ ਸਾਲ ਮਿਲ ਲਵੋ। ਜਾਓ ਅਤੇ ਉਹਨਾਂ ਨੂੰ ਹੁਣੇ ਮਿਲੋ। ਤੁਹਾਡੇ ਸਾਹਮਣੇ ਵੇਚਣ ਦੀ ਸਮੱਸਿਆ ਹੈ ਹੀ ਨਹੀਂ। ਕੁੰਜੀ ਇਹ ਹੈ ਕਿ ਤੁਸੀਂ ਜ਼ਿਆਦਾ ਯੋਜਨਾਬੱਧ ਅਤੇ ਪ੍ਰੇਰਿਤ ਹੋਵੋ ਤਾਂ ਕਿ ਤੁਸੀਂ ਜਿੰਨੇ ਜ਼ਿਆਦਾ ਲੋਕਾਂ ਨੂੰ ਮਿਲ ਸਕਦੇ ਹੋ ਮਿਲ ਲਓ। ਹਰ ਵਿਅਕਤੀ ਨੂੰ ਜਿੰਨਾ ਛੇਤੀ ਹੋ ਸਕੇ ਮਿਲ ਲਓ। ਨੈਟਵਰਕਿੰਗ ਵਿੱਚ ਵੱਡੀ ਸਫਲਤਾ ਦੀ ਸਹੀ ਕੁੰਜੀ ਉਹਨਾਂ ਲੋਕਾਂ ਨੂੰ ਤਿਆਰ ਕਰਨਾ ਨਹੀਂ ਹੈ, ਬਲਕਿ ਇੰਨੇ ਜ਼ਿਆਦਾ ਯੋਜਨਾਬੱਧ ਅਤੇ ਅਨੁਸ਼ਾਸਿਤ ਬਣਨਾ ਹੈ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਮਿਲ ਸਕੋ ਅਤੇ ਛੇਤੀ ਤੋਂ ਛੇਤੀ ਮਿਲ ਸਕੋ। ਔਸਤ ਸੁਧਾਰਨਾ ਤਾਂ ਕੇਵਲ ਸਿੱਖਣ ਦੀ ਹੀ ਇੱਕ ਵਿਧੀ ਹੈ।